ਵਾਇਰਲ ਖਬਰਾਂ ਨਿਊਜ਼ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਉਹਨਾਂ ਵੱਲੋਂ ਲਾਈਵ ਆ ਕੇ ਸੂਬਾ ਸਰਕਾਰ ਤੇ ਕਈ ਤਿੱਖੇ ਹਮਲੇ ਕੀਤੇ ਗਏ। ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਭਰੋਸਗੀ ਮਤਾ ਹਾਸਲ ਕੀਤਾ ਗਿਆ, ਜਿਸ ਦੇ ਉੱਤੇ ਰਾਜਾ ਵੜਿੰਗ ਵੱਲੋਂ ਕਈ ਸਖਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਭਗਵੰਤ ਮਾਨ ਨੂੰ ਕਈ ਸਲਾਹਾਂ ਵੀ ਦਿੱਤੀਆਂ ਗਈਆਂ। ਆਓ ਸੁਣਦੇ ਹਾਂ ਰਾਜਾ ਵੜਿੰਗ ਨੇ ਭਗਵੰਤ ਮਾਨ ਬਾਰੇ ਕੀ ਕਿਹਾ ਤੇ ਨਾਲ ਦੀ ਨਾਲ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਇਸ ਵੀਡੀਓ ਬਾਰੇ ਜ਼ਰੂਰ ਦਿਓ। ਹੋਣਾ ਚਾਹੀਦਾ ਅਸਲੀਅਤ ਕੀ ਹੈ। ਸੋ ਅੱਜ ਚੌਥਾ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੀ ਔਰ ਜੋ ਹੋਇਆ ਤੁਸੀਂ ਉੱਥੇ ਦੇਖਿਆ। ਪਹਿਲਾਂ ਤਾਂ ਵਿਤਕਰਾ ਕੀਤਾ ਜਾਂਦਾ ਹੈ, ਤੁਸੀਂ ਦੇਖਿਆ ਹੋਣਾ ਕਿ ਕੈਮਰਾ ਦੂਰ ਕਰਕੇ ਸਾਨੂੰ ਵਿਖਾਇਆ ਜਾਂਦਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਸਾਡੀ ਆਵਾਜ਼ ਤੋਂ ਅੰਦਾਜ਼ਾ ਲਾਉਣੇ ਹੋ ਕਿ ਇਹ ਰਾਜਾ ਵੜਿੰਗ ਬੋਲ ਰਿਹਾ ਹੈ, ਨਹੀਂ ਤਾਂ ਤੁਹਾਨੂੰ ਪਤਾ ਹੀ ਨਾ ਲੱਗੇ। ਉਹਨਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਂਦਾ ਹਰੇਕ ਬੰਦੇ ਦੀ ਫੋਟੋ ਦੇ ਉੱਤੇ। ਸੋ 4 ਦਿਨਾਂ ਬਾਅਦ ਮਗਰਲੇ 3 ਦਿਨਾਂ ਬਾਰੇ ਵੀ ਤੁਹਾਨੂੰ ਜਾਣੂ ਕਰਾਇਆ। ਅੱਜ ਚੌਥਾ ਦਿਨ ਸੀ। ਤੁਸੀਂ ਵਾਰ-ਵਾਰ ਦੇਖਿਆ ਕਿ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਇਹ ਗੱਲਾਂ ਕੀਤੀਆਂ ਕਿ ਪੰਜਾਬ ਦੇ ਮੁੱਦਿਆਂ ਨੂੰ ਕਾਂਗਰਸ ਪਾਰਟੀ ਚੱਕਣਾ ਨਹੀਂ ਚਾਹੁੰਦੀ। ਤੁਸੀਂ ਸਪੀਕਰ ਸਾਹਿਬ ਨੂੰ ਵੀ ਕਦੇ ਨਹੀਂ ਸੁਣਿਆ ਹੋਣਾ ਕਿ ਪੰਜਾਬ ਦਾ ਸਪੀਕਰ ਇੱਕ ਪਾਰਟੀ ਬਣ ਕੇ ਉਸ ਚੇਅਰ ਤੇ ਸੰਵਿਧਾਨਿਕ ਚੇਅਰ ਤੇ ਬਹਿ ਕੇ ਭਾਸ਼ਣ ਦਿੰਦਾ ਹੋਵੇ। ਪਹਿਲੀ ਵਾਰੀ ਇਹ ਵੀ ਤੁਹਾਨੂੰ ਵੇਖਣ ਨੂੰ ਮਿਲਿਆ ਹੋਣਾ। ਉਹ ਇੱਕ ਪਾਰਟੀ ਬਣ ਜਾਂਦੇ ਤੇ ਉਹ ਸੱਤਾਧਾਰ ਪਾਰਟੀ ਦਾ ਹੀ ਪੱਖ ਪੂਰਨ ਲੱਗ ਜਾਂਦੇ ਨੇ। ਕੁਐਸਚਨ ਆਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 3 ਦਿਨ ਨਹੀਂ ਲਾਏ ਗਏ, ਨਾ ਕਿਸੇ ਨੇ ਲਾਏ ਤੇ ਨਾ ਕਿਸੇ ਨੇ ਇਜਾਜ਼ਤ ਦਿੱਤੀ। ਚੌਥੇ ਦਿਨ ਵੀ ਕੁਐਸਚਨ ਆਰ ਨਹੀਂ ਹੋਇਆ। ਜੇ ਸੱਤਾਧਾਰੀ ਇਹ ਕਹਿੰਦੇ ਨੇ ਕਿ ਆਪੋਜੀਸ਼ਨ ਵਾਲਿਆਂ ਨੇ ਸਵਾਲ ਨਹੀਂ ਲਾਏ ਤਾਂ ਸੱਤਾਧਾਰੀ ਵਾਲਿਆਂ ਨੇ ਵੀ ਕੋਈ ਸਵਾਲ ਨਹੀਂ ਲਾਏ। 0 ਆਰ ਵੀ ਇੱਕ ਦਿਨ ਮਿਲਿਆ ਜਿਹਦੇ ਵਿੱਚ ਅਸੀਂ ਸ਼ਰਾਰੀ ਸਾਹਿਬ ਦਾ ਮੁੱਦਾ ਚੁੱਕਿਆ, ਕਿਉਂਕਿ ਬਹੁਤ ਵੱਡਾ ਮੁੱਦਾ ਸੀ। ਜ਼ੀਰੋ ਟੋਲਰੈਂਸ ਕਰਪਸ਼ਨ ਤੇ ਗੱਲ ਹੋ ਰਹੀ ਸੀ। ਅੱਜ ਅਸੀਂ ਕਿਉਂਕਿ ਮਨ ਬਣਾ ਕੇ ਗਏ ਸਾਂ, ਅਸੀਂ ਚਾਹੁੰਦੇ ਸਾਂ ਕਿ ਅੱਜ ਲਾਸਟ ਡੇ ਹੈ, ਕਰੋੜ ਰੁਪਇਆ ਸੱਤਾਧਾਰ ਪਾਰਟੀ ਕਹਿੰਦੀ ਔਰ ਅਸੀਂ ਵੀ ਕਹਿੰਦੇ ਖਰਚਾ ਆਉਂਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਕਰੀਏ। ਹਾਲਾਂਕਿ ਕੁਝ ਲੋਕ ਇਹ ਸੁਝਾਅ ਦੇ ਰਹੇ ਸਨ ਕਿ ਤੁਹਾਡਾ ਮੁੱਦਾ ਸ਼ਰਾਰੀ ਵਾਲਾ ਮੁੱਦਾ ਹੈ, ਤੁਹਾਨੂੰ ਉਹਦੇ ਤੇ ਅੜੇ ਰਹਿਣਾ ਚਾਹੀਦਾ ਹੈ। ਪਰ ਇਹ ਗੱਲਾਂ ਵੀ ਉਲਾਂਭੇ ਕਰਦੇ ਹੋਏ ਅਸੀਂ ਆਖਿਆ ਕਿ ਪੰਜਾਬ ਦੇ ਹੋਰਾਂ ਮੁੱਦਿਆਂ ਤੇ ਵੀ ਅਸੀਂ ਗੱਲ ਅੱਜ ਕਰਾਂਗੇ। ਖੜੇ ਹੋਏ ਜਾਂਦਿਆਂ ਸਾਰ ਅਸੀਂ ਕਿਹਾ ਕਿ 0 ਆਰ, ਕਿਉਂਕਿ ਕੁਐਸਚਨ ਆਰ ਤਾਂ ਹੈ ਹੀ ਨਹੀਂ। ਕੁਐਸਚਨ ਆਰ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਲਾਈਵ ਦੇ ਵਿੱਚ ਇੱਕ 0 ਆਰ ਆਉਂਦਾ ਜਿਹਦੇ ਵਿੱਚ ਪੱਖ ਦੇ ਮੁੱਦਿਆਂ ਤੇ ਗੱਲ ਕੀਤੀ ਜਾਂਦੀ ਹੈ। ਅੱਜ ਦੇ ਮੁੱਦੇ ਤੁਸੀਂ ਜਾਣਦੇ ਹੋ, ਬਥੇਰੇ ਸਾਰੇ ਮੁੱਦੇ ਸਨ। ਗੈਂਗਸਟਰ ਭੱਜ ਗਿਆ, ਸਿੱਧੂ ਮੂਸੇਵਾਲਾ ਸਾਹਿਬ ਦਾ ਕਾਤਲ, ਇੱਕ ਡਰੱਗ ਦਾ ਲਾਰਡ ਜਿਹੜਾ ਸੀਗਾ ਉਹ ਵੀ ਭੱਜ ਗਿਆ, ਫਰਾਰ ਹੋ ਗਿਆ। ਇੱਕ ਵਿਅਕਤੀ ਬੰਦੂਕ ਲੈ ਕੇ ਚਲਾ ਗਿਆ। ਅਨੇਕਾਂ ਹੋਰ ਮੁੱਦੇ ਸਨ ਜਿਨ੍ਹਾਂ ਤੇ ਅਸੀਂ ਚਰਚਾ ਕਰਨੀ ਸੀ। ਇੱਕ ਸਰਪੰਚ ਸਾਹਿਬ ਦਾ ਮੁੱਦਾ ਸੀਗਾ, ਮੈਂ ਪਿੱਛੇ ਅਮਲੋਹ ਜਾ ਕੇ ਆਇਆ। ਤਮਾਮ ਪੰਜਾਬ ਦੇ ਸਰਪੰਚਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਡੇ ਨਹੀਂ ਆ ਜਾਓ, ਨਹੀਂ ਤੁਹਾਡੇ ਅਸੀਂ ਕੇਸ ਖੋਲ ਦੇਵਾਂਗੇ। ਤੇ ਇਸੇ ਤਰ੍ਹਾਂ ਇਸੇ ਸਿਲਸਿਲੇ ਦੇ ਵਿੱਚ 2 ਅਮਲੋਹ ਦੇ ਸਰਪੰਚ ਆਪਦੀ ਜਾਨ ਗਵਾ ਚੁੱਕੇ ਹੈ। ਇੱਕ ਤਾਂ ਗਰੀਬ ਘਰ ਨਾਲ ਤਾਲੁਕਾਤ ਰੱਖਦਾ ਸੀ, ਆਪਦੇ ਸੁਸਾਈਡ ਨੋਟ ਦੇ ਵਿੱਚ ਲਿਖ ਕੇ ਗਿਆ ਕਿ ਮੈਨੂੰ ਇਹਨਾਂ ਬੰਦਿਆਂ ਨੇ ਪਰੇਸ਼ਾਨ ਕੀਤਾ, ਲੇਕਿਨ ਇਸ ਦੇ ਬਾਵਜੂਦ ਵੀ ਧਰਨਾ ਲਾ ਕੇ ਇੱਕ ਲਾਸ਼ ਪਈ, ਇੱਕ ਧਰਨਾ ਲਾ ਕੇ 306 ਦਾ ਮੁਕੱਦਮਾ ਦਰਜ ਕਰਵਾਇਆ ਤੇ ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ। ਪੰਜਾਬ ਦੇ ਸਾਰੇ ਸਰਪੰਚ ਅੱਜ ਡਰ 'ਚ ਨੇ, ਉਹਨਾਂ ਦੇ ਮਨ 'ਚ ਭੈ ਹੈ, ਉਹਨਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਮੁੱਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ, ਲਾਅ ਐਂਡ ਆਰਡਰ ਦੇ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਸੀ। ਫਿਰ ਮੁੱਦਾ ਇਹ ਸੀਗਾ ਕਿ ਗੁਰਕੀਰਤਪਾਲ ਸਿੰਘ IAS ਆਫਿਸਰ ਜਿਨ੍ਹਾਂ ਨੇ ਮਜਬੂਰੀ ਜ਼ਾਹਿਰ ਕਰਤੀ ਕਿ ਸਰਕਾਰ ਨਾਲ ਮੈਂ ਕੰਮਕਾਰ ਨਹੀਂ ਕਰ ਸਕਦਾ, ਮੈਨੂੰ ਡਿਪਾਰਟਮੈਂਟ ਚੋਂ ਬਦਲ ਦਿੱਤਾ ਜਾਏ। ਉਹ ਡਿਪਾਰਟਮੈਂਟ ਕਿਹੜਾ ਸੀ? ਪਬਲਿਕ ਰਿਲੇਸ਼ਨ, ਜਿੱਥੋਂ ਐਡਸ ਦਿੱਤੀਆਂ ਜਾਂਦੀਆਂ, ਯਾਨੀ ਕਿ ਅਖਬਾਰਾਂ ਨੂੰ TV ਨੂੰ ਪੈਸੇ ਦਿੱਤੇ ਜਾਂਦੇ ਹੈ। ਉਹਨਾਂ ਨੇ ਆਪਦੀ ਇੱਛਾ, ਉਹਨਾਂ ਨੇ ਕਿਹਾ ਕਿ ਮੈਂ ਜਿਸ ਹਿਸਾਬ ਨਾਲ ਸਰਕਾਰ ਚਾਹੁੰਦੀ ਹੈ ਮੈਂ ਕੰਮ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੇ ਵੇਰਵਾ ਦਿੱਤਾ ਕਿ 200 ਦਿਨਾਂ ਦੇ ਅੰਦਰ 400 ਕਰੋੜ ਰੁਪਇਆ ਸਰਕਾਰ ਨੇ ਐਡਵਰਟਾਈਜ਼ਮੈਂਟ ਤੇ ਖਰਚ ਕਰ ਦਿੱਤਾ ਹੈ। ਅਲਟੀਮੇਟਲੀ ਕੱਲ ਨੂੰ ਆਡਿਟ ਹੋਏਗਾ, ਹਿਸਾਬ ਹੋਏਗਾ, ਮੈਂ ਕਿਹਨੂੰ ਜਵਾਬ ਦੇਵਾਂਗਾ। ਮੰਤਰੀ ਲਿਖਤੀ ਆਰਡਰ ਨਹੀਂ ਕਰਦਾ, ਵਰਬਲੀ ਆਰਡਰ ਤੇ ਉਹ ਚਾਹੁੰਦੇ ਸਨ
ਕਿ ਗੁਰਕੀਰਤ ਪਾਲ ਇੱਕ ਇਮਾਨਦਾਰ IAS ਆਫਿਸਰ ਜੋ ਕਹਿੰਦੇ ਸਨ ਉਸੇ ਤਰ੍ਹਾਂ ਕਰਦਾ ਰਹੇ, ਲੇਕਿਨ ਉਹਨਾਂ ਨੇ ਜਵਾਬ ਦੇਤਾ। ਅਗਰ ਇਸੇ ਤਰ੍ਹਾਂ 200 ਦਿਨਾਂ ਦੇ ਅੰਦਰ 400 ਕਰੋੜ ਲਾਇਆ, ਅਗਰ ਇਹ ਐਵਰੇਜ ਕਰੀਏ ਤਾਂ ਇੱਕ ਸਾਲ 'ਚ 730 ਕਰੋੜ ਦੇ ਲਗਭਗ ਤੁਹਾਨੂੰ ਇੱਕ ਸਾਲ ਦਾ ਐਡਵਰਟਾਈਜ਼ਮੈਂਟ ਤੇ ਲਾਉਣਾ ਪਏਗਾ, ਯਾਨੀ ਕਿ 3600 ਕਰੋੜ ਦੇ ਲਗਭਗ ਆਈ ਥਿੰਕ 5 ਸਾਲਾਂ ਦੇ ਵਿੱਚ ਤੁਹਾਨੂੰ ਕੇਵਲ ਤੇ ਕੇਵਲ ਆਪਦੀਆਂ ਉਪਲਬਧੀਆਂ ਗਵਾਉਣ ਵਾਸਤੇ ਅਖਬਾਰਾਂ ਤੇ ਛੋਟੇ ਟੀਵੀ ਚੈਨਲਸ ਨੂੰ ਦੇਣਾ ਪਏਗਾ। ਇਹਦੇ ਤੇ ਚਰਚਾ ਕਰਨੀ ਸਾਡੀ ਬਣਦੀ ਸੀ। ਚਰਚਾ ਸੀ ਅੱਜ ਖਾਲਿਸਤਾਨ ਦੇ ਮੁੱਦੇ ਤੇ। ਕੱਲ੍ਹ ਹੀ ਬਠਿੰਡਾ ਦੇ ਅੰਦਰ ਖਾਲਿਸਤਾਨ ਦੇ ਨਾਅਰੇ ਲੱਗੇ ਹੈ, ਖਾਲਿਸਤਾਨ ਲਿਖਿਆ ਗਿਆ ਹੈ, ਔਰ ਰੋਜ਼ਾਨਾ ਤੀਜੇ ਚੌਥੇ ਦਿਨ ਪਤਾ ਲੱਗਦਾ ਕਿ ਖਾਲਿਸਤਾਨ ਦੀ ਕੋਈ ਗੱਲ ਕੀਤੀ ਜਾਂਦੀ ਹੈ। ਇਸ ਤੇ ਚਰਚਾ ਕਰਨੀ ਸੀ। ਕੋਈ ਮਾਰਚ ਕੱਢਿਆ ਜਾਂਦਾ ਹੈ, ਇਹ ਕਹਿੰਦੇ ਆਜ਼ਾਦੀ ਮਾਰਚ ਹੈ, ਸ਼ਹਾਦਤਾਂ ਦੇਣੀਆਂ ਪੜੇਗਾ, ਕਿਉਂਕਿ ਬੜਾ ਸੰਤਾਪ ਲੋਕਾਂ ਨੇ ਭੋਗਿਆ। ਮੈਂ 82-84 ਤਾਂ ਬਹੁਤ ਛੋਟਾ ਸੀ, ਲੇਕਿਨ 94-95 ਚ ਆ ਕੇ ਮੈਨੂੰ ਹੋਸ਼ ਮੈਂ ਜਦੋਂ ਸੰਭਾਲਿਆ ਤਾਂ ਪੰਜਾਬ ਬੜੀ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਸੀ। ਪੰਜਾਬ ਦੇ ਵਿੱਚ ਬੜੇ ਮਾੜੇ ਹਾਲਾਤ ਸਨ, ਬੜਾ ਮਾੜਾ ਦੌਰ ਸੀ, ਔਰ ਇਸੇ ਕਰਕੇ ਅੱਜ ਪੰਜਾਬ ਦੀ ਇਹ ਦਸ਼ਾ, ਕਿਉਂਕਿ ਬਹੁਤ ਸਾਰਾ ਸਾਡਾ ਪੈਸਾ ਉਸ ਸਮੇਂ ਦੇ ਮਾਹੌਲ ਖਰਾਬ ਕਰਨ ਨੂੰ ਠੀਕ ਕਰਨ ਤੇ ਪੰਜਾਬ ਸਰਕਾਰ ਦਾ ਪੈਸਾ ਲੱਗਿਆ। ਤੇ ਹੁਣ ਐਸੇ ਹਾਲਾਤ, ਕਾਲੀ ਮਾਤਾ ਦੇ ਮੰਦਿਰ ਤੇ ਅਟੈਕ ਔਰ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ ਤੇ ਰੌਕਟ ਲਾਂਚਰ ਦਾ ਡਿੱਗਣਾ, ਰੋਜ਼ਾਨਾ ਦੀਆਂ ਘਟਨਾਵਾਂ ਕਿ ਡਰੋਨ ਦੇ ਰਾਹੀਂ ਸਾਨੂੰ ਇੱਥੇ ਅਸਲਾ ਸਪਲਾਈ ਕੀਤਾ ਜਾ ਰਿਹਾ ਸੀ, ਬਾਰਡਰ ਸਟੇਟ ਹੈ, ਇਹਦੇ ਤੇ ਗੱਲ ਕਰਨੀ ਸੀ। SYL ਦਾ ਮੁੱਦਾ ਜਿਹੜਾ ਕਿ ਬਹੁਤ ਵੱਡਾ ਮੁੱਦਾ ਹੈ। ਕੱਲ ਨੂੰ ਹੋ ਸਕਦਾ ਕਿ ਕੋਰਟ ਸਾਡੇ ਖਿਲਾਫ ਫੈਸਲਾ ਦੇਵੇ। ਕਿੱਦਾਂ ਦੀ ਪੈਰਵਾਈ ਸਾਨੂੰ ਕਰਨੀ ਚਾਹੀਦੀ ਹੈ, ਇਕੱਠਿਆਂ ਹੋ ਕੇ ਲੜਨਾ ਚਾਹੀਦਾ ਹੈ, ਕਿੱਦਾਂ ਅਸੀਂ ਸੈਂਟਰ ਦੇ ਨਾਲ ਗੱਲ ਕਰੀਏ, ਕਿੱਦਾਂ ਅਸੀਂ ਸੱਤਾਧਾਰੀ ਦੇ ਜਿਹੜੇ ਲੋਕ ਹੈ, ਜਿਹੜੇ ਹਰਿਆਣਾ 'ਚ ਸੱਤਾ ਪਾਉਣ ਵਾਸਤੇ ਕਹਿ ਰਹੇ ਕਿ 2025 ਦੇ ਵਿੱਚ SYL ਦੇ ਵਿੱਚ ਪਾਣੀ ਆਏਗਾ, ਅਸੀਂ ਉਸ ਮੁੱਦੇ ਤੇ ਚਰਚਾ ਕਰਨਾ ਚਾਹੁੰਦੇ ਸੀ। ਅਫਕੋਰਸ ਸ਼ਰਾਰੀ ਸਾਹਿਬ ਦਾ ਵੀ ਇੱਕ ਮੁੱਦਾ ਸੀ ਜਿਹਦੇ ਤੇ ਦੁਬਾਰਾ ਅਸੀਂ ਬਹਿਸ ਕਰਨਾ ਚਾਹੁੰਦੇ ਸਾਂ, ਔਰ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਚਾਹੁੰਦੇ ਸਾਂ ਕਿ ਮੁੱਖ ਮੰਤਰੀ ਸਾਹਿਬ ਆਪਦਾ ਸ਼ਰਾਰੀ ਸਾਹਿਬ ਦੇ ਮੁੱਦੇ ਤੇ ਪੱਖ ਪੇਸ਼ ਕਰਨ, ਕਿਉਂਕਿ ਪਹਿਲਾ ਮੰਤਰੀ ਉਹਨਾਂ ਨੇ ਸੂਮੋਟੋ ਲੈਂਦੇ ਹੋਏ ਬਿਨਾਂ ਕਿਸੇ ਸਬੂਤ ਤੋਂ, ਤੱਥ ਤੋਂ ਉਹਨਾਂ ਨੇ ਵਿਜੀਲੈਂਸ ਨੂੰ ਫੜਾ ਦਿੱਤਾ ਗਿਆ ਸੀ। ਐਂਡ ਅਸੀਂ ਇਹ ਵੀ ਚਾਹੁੰਦੇ ਸਾਂ ਕਿ ਆਪਰੇਸ਼ਨ ਲੋਟਸ ਤੇ ਵੀ ਅਸੀਂ ਅੱਜ ਬਹਿਸ ਕਰਾਂਗੇ। ਦੋਸਤੋ, 15 ਦਿਨਾਂ ਤੋਂ ਇਸ ਆਪਰੇਸ਼ਨ ਲੋਟਸ ਦੇ ਬਾਰੇ ਚਰਚਾ ਹੋਈ। ਗਵਰਨਰ ਸਾਹਿਬ ਨੇ ਇਸ ਮੁੱਦੇ ਤੇ ਸੈਸ਼ਨ ਬੁਲਾਉਣ ਤੋਂ ਮਨਾ ਕਰ ਦਿੱਤਾ ਗਿਆ। ਦੁਬਾਰਾ ਫੇਰ ਤੁਹਾਨੂੰ ਚੇਤੇ ਰਵੇ, ਸਰਕਾਰ ਨੇ ਕਿਹਾ ਸੀ ਇਹ ਕਨਸਟੀਟਿਊਸ਼ਨ ਦੇ ਖਿਲਾਫ ਹੈ, ਅਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ, ਇਨਸਾਫ ਲੈ ਕੇ ਆਵਾਂਗੇ ਤੇ ਇਸੇ ਮੁੱਦੇ ਤੇ ਅਸੀਂ ਸੈਸ਼ਨ ਬੁਲਾਵਾਂਗੇ। ਪਰ ਹਾਈ ਕੋਰਟ ਨਹੀਂ ਗਏ, ਸੁਪਰੀਮ ਕੋਰਟ ਨਹੀਂ ਗਏ, ਤੇ ਫਿਰ ਮਗਰਲੇ ਰਾਸਤੇ ਵਿੱਚੋਂ ਮੁੱਦਾ ਕੁਝ ਹੋਰ ਦੇ ਕੇ ਕੌਨਫੀਡੈਂਸ ਮੋਸ਼ਨ ਲੈ ਕੇ ਆਉਣ ਦਾ ਉਪਰਾਲਾ ਪਹਿਲੇ ਦਿਨ ਤੋਂ ਹੀ ਕੀਤਾ। ਲੇਕਿਨ ਰੱਖਿਆ ਗਿਆ ਕਿ ਕਹਿੰਦੇ GST ਮੁੱਦਾ ਹੈ, ਸਟਬਲ ਬਰਨਿੰਗ ਮੁੱਦਾ, ਕਿਸੇ ਮੁੱਦੇ ਤੇ ਪਹਿਲਾ ਮੁੱਦਾ ਹੀ ਇਹ ਸਟਾਰਟ ਕਰ ਲਿਆ ਤੇ ਰੌਲਾ ਪੈ ਗਿਆ। ਉਹ ਚਾਹੁੰਦੇ ਸਨ ਕਿ ਰੌਲਾ ਪਏ ਤੇ ਜਿਹੜੀ ਆਪੋਜੀਸ਼ਨ ਹੈ ਉਹ ਬਾਹਰ ਜਾਵੇ। ਤੇ ਅੱਜ ਵੀ ਅਸੀਂ ਉਦੋਂ ਵੀ ਕਿਹਾ ਸੀ, ਸਾਨੂੰ ਕਿਹਾ ਗਿਆ ਸੀ ਕਿ ਇਹ B ਟੀਮ ਹੈ। ਅਸੀਂ B ਟੀਮ ਨਹੀਂ ਹੈ। ਜਨਤਾ ਜਾਣਦੀ ਹੈ ਕਿ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਤੋੜ ਦਿੱਤੀਆਂ ਗਈਆਂ। ਸਾਡੇ ਕਈ ਸਾਥੀਆਂ ਨੂੰ ਲਾਲਚ ਦੇ ਕੇ, ਚਾਹੇ ਉਹ ਪੰਜਾਬ ਹੈ ਚਾਹੇ ਉਹ ਹੋਰ ਹੈ, ਕਈ ਸੁਪਨੇ ਦਿਖਾ ਕੇ ਭਾਜਪਾ ਆਪਦੇ ਨਾਲ ਲੈ ਗਈ ਹੈ। ਇੱਕ ਵੀ ਇਸ ਤਰ੍ਹਾਂ ਦਾ ਕੰਮ ਹੋਰ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਭਾਜਪਾ ਇਹਨਾਂ ਕੰਮਾਂ ਦੇ ਵਿੱਚ ਮਾਹਿਰ ਹੈ, ਪੈਸੇ ਦੇ ਸਕਦੀ ਹੈ। ਸਾਡੀ ਸਰਕਾਰ ਰਾਜਸਥਾਨ 'ਚ ਵੀ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹਨਾਂ ਦੇ ਹੱਥ ਪੱਲੇ ਨਹੀਂ ਪਿਆ। ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਹੱਥ ਧੋ ਕੇ ਭਾਜਪਾ, ਪੂਰੀ ਕਾਂਗਰਸ, ਪੂਰੇ ਦੇਸ਼ ਦੀ ਕਾਂਗਰਸ ਦੇ ਪਿੱਛੇ ਰਾਹੁਲ ਗਾਂਧੀ ਨੂੰ 50-50 ਘੰਟੇ ਈਡੀ 'ਚ ਬੁਲਾ ਕੇ, ਈਵਨ ਕਿ ਸੋਨੀਆ ਗਾਂਧੀ ਜੀ ਨੂੰ 70 ਸਾਲ ਦੀ ਉਮਰ ਦੇ ਵਿੱਚ ਈਡੀ ਦਾ ਸਾਹਮਣਾ ਕਈ ਦਿਨ ਸਵਾਲ ਜਵਾਬ 'ਚ ਦੇਣਾ ਪਿਆ, ਜਿੱਥੋਂ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਸੋਨੀਆ ਗਾਂਧੀ ਜੀ ਈਡੀ ਦੇ ਸਾਹਮਣੇ ਝੂਠੇ ਮੁਕੱਦਮੇ 'ਚ ਉਹਨਾਂ ਨੂੰ ਕਦੇ ਬੁਲਾਇਆ ਜਾਏਗਾ। ਸੋ ਭਾਜਪਾ ਇਹ ਕੰਮ ਕਰ ਸਕਦੀ ਹੈ, ਲੇਕਿਨ ਇਹਨਾਂ ਨੇ ਬਿਲਕੁਲ
ਦਿੱਲੀ ਦੀ ਤਰਜ਼ ਤੇ ਦਿੱਲੀ ਵੀ ਇਹ ਗੱਲ ਕੀਤੀ, ਲੇਕਿਨ ਇੱਕ ਐਮਐਲਏ ਨਹੀਂ ਲੈ ਕੇ ਗਏ। ਹਾਲਾਂਕਿ ਲਿਜਾ ਸਕਦੀ ਸੀ ਭਾਜਪਾ, ਕਿਉਂਕਿ ਬੀ ਟੀਮ ਦੇ ਵਾਂਗ ਆਮ ਆਦਮੀ ਪਾਰਟੀ ਤੇ ਭਾਜਪਾ ਦੋਨੋਂ ਰਲੇ ਹੋਏ ਹੈ। ਅਗਰ ਮੈਂ ਇੱਕ ਕਮਲ ਲਵਾਂ, ਇੱਥੇ ਵੀ ਆ ਕੇ ਕੰਪਲੇਂਟ ਦੇ ਦਿੱਤੀ ਗਈ, ਡਰਾਮਾ ਰਚਿਆ ਗਿਆ 25-25 ਕਰੋੜ ਰੁਪਏ ਦੇਣ ਦਾ। ਫਿਰ ਡੀਜੀ ਕੋਲੇ ਗਏ ਤੇ ਡੀਜੀ ਕੋਲੇ ਜਾ ਕੇ ਬਿਨਾ ਬੇਨਾਮੀ ਐਫਆਈਆਰ ਦਰਜ ਕਰਾ ਦਿੱਤੀ ਗਈ, ਕਿਸੇ ਦਾ ਨਾਮ ਨਹੀਂ ਦਿੱਤਾ ਗਿਆ। ਤੇ ਅੱਜ ਫਿਰ 7 ਦਿਨਾਂ ਬਾਅਦ ਇਹ ਕਹਿ, ਕਿਉਂਕਿ ਅਸੀਂ ਰੌਲਾ ਪਾਇਆ ਕਿ ਤੁਸੀਂ ਕਿਸੇ ਦਾ ਨਾਮ ਦਿਓ, ਉਹਦਾ ਟੈਲੀਫੋਨ ਨੰਬਰ ਦਿਓ, ਜਦੋਂ ਉਹ ਨਾ ਦੇ ਪਾਏ ਤਾਂ ਫਿਰ ਉਹਨਾਂ ਨੇ ਅੱਜ ਵਿਜੀਲੈਂਸ, ਕਿਉਂਕਿ ਉਹਨਾਂ ਕੋਲੇ ਕੋਈ ਹੋਰ ਦਾਅ ਪੇਚ ਬਚਿਆ ਨਹੀਂ ਸੀ, ਜਿਵੇਂ ਸ਼ਰਾਰੀ ਦੇ ਮੁੱਦੇ ਤੇ 20 ਦਿਨਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਸੀ, ਕਹਿਤਾ ਵਿਧਾਨ ਸਭਾ 'ਚ ਵੀ ਅਸੀਂ ਨੋਟਿਸ ਦੇ ਦਿੱਤਾ ਹੈ। ਕਿਹਦਾ ਨੋਟਿਸ ਹੈ? ਮੀਡੀਆ ਨੂੰ ਕੋਈ ਪਤਾ ਨਹੀਂ, ਕੋਈ ਮੀਡੀਆ ਕਰਮੀ ਇਹ ਪੁੱਛਣ ਲਈ ਤਿਆਰ ਨਹੀਂ ਕਿ ਨੋਟਿਸ ਕਿਹਦਾ ਹੈ। ਸਰਕਾਰ ਦਾ ਨੋਟਿਸ ਹੈ, ਵਿਜੀਲੈਂਸ ਦਾ ਨੋਟਿਸ ਹੈ, ਆਮ ਆਦਮੀ ਪਾਰਟੀ ਦਾ ਨੋਟਿਸ ਹੈ, ਮੁੱਖ ਮੰਤਰੀ ਦਾ ਨੋਟਿਸ ਹੈ, ਜਨਤਾ ਦਾ ਨੋਟਿਸ ਹੈ। ਕਿਹਦਾ ਨੋਟਿਸ ਹੈ? ਕਹਿ ਦਿੱਤਾ ਗਿਆ ਨੋਟਿਸ ਹੈ। ਅੱਜ ਕੁਝ 2 ਐਮਐਲਏ ਵਿਜੀਲੈਂਸ ਦੇ ਦਫ਼ਤਰ ਚਲੇ ਗਏ, ਉਹਨਾਂ ਨੇ ਕਿਹਾ ਕਿ ਅੱਜ ਅਸੀਂ ਨਾਮ ਦੇ ਆਏ ਹਾਂ, ਲੇਕਿਨ ਕਿਸੇ ਦਾ ਨਾਮ ਹਜੇ ਤੱਕ ਉਹ ਕੰਪਲੇਂਟ ਜਗ ਜ਼ਾਹਿਰ ਨਹੀਂ ਹੋਈ, ਅਸੀਂ ਕੰਪਲੇਂਟ ਦੇਖੀ ਨਹੀਂ। ਮੈਨੂੰ ਇਹ ਪੱਕਾ ਯਕੀਨ ਹੈ ਕਿ ਕਿਸੇ ਦਾ ਨਾਮ ਵਿਜੀਲੈਂਸ ਦੀ ਕੰਪਲੇਂਟ 'ਚ ਨਹੀਂ ਹੈ। ਕੇਵਲ ਤੇ ਕੇਵਲ ਵਿਧਾਨ ਸਭਾ 'ਚ ਮੂਰਖ ਬਣਾਉਣ ਵਾਸਤੇ ਇਹ ਕਿਹਾ ਗਿਆ ਕਿ ਅਸੀਂ 2 ਬੰਦਿਆਂ ਦੇ ਕਿਸੇ ਦੇ ਨਾਮ ਦੇ ਕੇ ਆਏ, ਲੇਕਿਨ ਕੰਪਲੇਂਟ 'ਚ ਕਿਸੇ ਦਾ ਨਾਮ ਨਹੀਂ ਦਿੱਤਾ। ਹਾਂ, ਵਿਧਾਨ ਸਭਾ ਦੇ ਅੰਦਰ ਇਹਨਾਂ ਨੇ 2 कैबिनेट मंत्रियों, एक तो गृह मंत्री अमित शाह जी का और दूसरा अनुराग ठाकुर जी का नाम लए कि सानू किसी ने फोन किया तो उन्होंने कहा दो बड़े साहब हमें घूस देना चाहते हैं, भी पैसे देने की गल की विधान सभा च किया, लेकिन ये कंप्लेंट दे विच किते नहीं है। पर जे अगर ये नाम दे के आए है तो विजिलेंस नूं मुकदमा दर्ज कर देना चाहिए, क्योंकि ये आम साधारण लोग नहीं है, ये चुने हुए व्यक्ति नाम दे के कंप्लेंट दे के आए ने। फिर विजिलेंस उन्हां ते कार्रवाई परचा दर्ज करे, नहीं फड़ सकते तो कम से कम एफआईआर तो दर्ज करन। अगर ये नाम दे के नहीं आए तो विजिलेंस कंप्लेंट सानू दिखावे जां ये कंप्लेंट विखाउण कि असीं आ कंप्लेंट दित्ती है। विधान सभा दे विच इन्हां ने 2 व्यक्तियों के नाम लए जानबूझ के, क्योंकि विधान सभा का सत्र अज खत्म हो जाएगा, उसके बाद चर्चा बंद हो जाएगी। लेकिन मैं थोड़े राही ये दसना चाहना कि आने वाले समय मैं आपके साथियों नाल सलाह करके पंजाब दे चंडीगढ़ के डीजेपी नूं असीं शिकायत देनी चाहांगे, क्योंकि विधान सभा दे विच 2 केंद्र के मंत्रियों का नाम लिया एमएलए साहब ने, उन्हां दी पड़ताल की जावे, प्रोब की जावे, तां जो दुध दा दुध पानी दा पानी जनता दे सामने आवे। अगर तां उन्हां ने पैसे देने की कोशिश की हुई तो उन्हां ते कार्रवाई हुई, अगर नहीं की हुई तो झूठा मुकदमा दूसरे साथियों ते बनता है 182 के तहत कि इन्होंने पूरे पंजाब के लोगों और सदन नूं झूठी जानकारी देने का कोशिश की। सो अज दियां यह कार्रवाइयां फिर की होया, असी अंदर नारेबाजी करना चाहते सन, लेकिन स्पीकर साहब ने अज कहा कि मेरे माता जी अज पंजाब की विधान सभा दे विच बैठे। हालांकि प्रताप सिंह बाजवा साहब ने ताई जी कह के उन्होंने पुकारिया सी, सब ने स्पीकर साहब की माता जी का स्वागत किया। असी क्या वार-वार कि 0 आर दिओ ते असी विधान सभा दे विच बैठांगे, कार्रवाई सुनांगे। स्पीकर साहब ने 15 मिनट अडजर्न भी किया, क्योंकि उन्होंने लगता सी संविधानिक में गलत कर रहे हैं। फिर पुछ के आए तो 15 मिनटों बाद फैसला वही अटल रखा कि नहीं, 0 आर नहीं मिलेगा, तो असी वार-वार पुकार दे रहे। अज जोश दे नाल अगे होके इस करके मुर्दाबाद ਜਾਂ कोई अपमानजनक शब्द ਜਾਂ आपदी लड़ाई नहीं लड़ी, क्योंकि माता जी बैठे सन। साडे मन च सी कि स्पीकर साहब दे माता जी नहीं, वो साडे माता जी है। अज पहली बारी पंजाब दी विधान सभा वेखण आए है, तो उन्हां दे सामने अगर असीं किसी प्रकार का होर आक्रोश दे विच जिंदाबाद या मुर्दाबाद करांगे तो उन्हां दे मन नूं ठेस पहुंचेगी। इन्हां परंपरावां ते चलदे होए असीं आपदा शांतिपूर्वक तरीके नाल पंजाब दी विधान सभा का बायकॉट करके असीं बाहर आ गए। इस तो बाद विरोधी धिर ने, सत्ताधारी धिर ने आपदे सोले गाए ते नाल ही नाल कॉन्फिडेंस मोशन जिहड़ा है उहदे ते मोहर ला के वोटिंग कराई, जबकि 92 लोग उन्हां दे ऑलरेडी नाल है। उन्हां दे नाल किसी ने नो कॉन्फिडेंस मोशन मूव ही नहीं किया, उन्होंने कोई सवाल चक्या ही नहीं। ये केवल ते केवल जिहड़ा अंदर डर सता रहा कि साडे ही कुछ साथी सानू छड्ड के चले ना जाण, क्योंकि अंदर अंदर एक माहौल बनया हुआ है।
ਅੰਦਰ ਹੀ ਅੰਦਰ ਕੁਝ ਐਮਐਲਏ ਸਾਥੀ ਬਹੁਤ ਖਿਲਾਫ ਹਨ ਤੇ 6 ਮਹੀਨਿਆਂ ਦੀ ਪੱਕੀ ਮੋਹਰ ਤਾਂ ਜੋ ਅਸੀਂ ਕੌਨਫੀਡੈਂਸ ਮੋਸ਼ਨ ਲਿਆਏ। ਹੁਣ 6 ਮਹੀਨੇ ਨੋ ਕੌਨਫੀਡੈਂਸ ਕੋਈ ਆ ਨਹੀਂ ਸਕਦਾ ਤੇ ਅਸੀਂ ਕਵਾਂਗੇ ਅਸੀਂ ਆਪਦੀ ਕੁਰਸੀ ਤੇ ਬਿਰਾਜਮਾਨ ਰਹਾਂਗੇ। ਸੋ ਅੱਜ ਦੀ ਕਾਰਵਾਈ ਸਾਥੀਓ ਇਹ ਸੀ, ਮੁੱਦੇ ਬਹੁਤ ਸਨ ਜਿਹੜੇ ਕਿ ਜ਼ਮੀਨ ਸਤਰ ਤੇ ਜਾ ਕੇ ਅਸੀਂ ਚੱਕਾਂਗੇ। ਅਸੀਂ ਆਮ ਜਨਤਾ ਚੋਂ ਮੁੱਦਾ ਚੱਕਾਂਗੇ। ਅਸੀਂ ਮਾਫੀ ਚਾਹੁੰਦੇ ਹਾਂ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਾਹੌਲ ਸੁਖਾਵਾਂ ਨਹੀਂ ਸੀ। ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਲੰਬਾ ਸੈਸ਼ਨ ਬੁਲਾਇਆ ਜਾਵੇ ਤੇ ਲੰਬੀ ਗੱਲਬਾਤ ਜਿੰਨੀ ਵੀ ਵਿਅਕਤੀ ਕੋਈ ਕਰਨੀ ਚਾਹੁੰਦਾ ਹੈ ਆਪਦੇ ਮਨੋਂ, ਚਾਹੇ ਅੱਧਾ ਘੰਟਾ, ਪੌਣਾ ਘੰਟਾ ਉਹ ਬੋਲ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਮੁੱਦੇ ਅਸੀਂ ਚੱਕ ਸਕੀਏ ਤੇ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਚੱਲੇ ਕਿ ਸੱਤਾਧਾਰੀ ਵਾਲੇ ਸੱਚ ਬੋਲਦੇ ਆ ਕਿ ਵਿਰੋਧੀ ਧਿਰ ਵਾਲੇ ਸੱਚ ਬੋਲਦੇ ਆ। ਸੋ ਦੂਸਰੀਆਂ ਦੋਹਾਂ ਪਾਰਟੀਆਂ ਨੇ, ਭਾਜਪਾ ਨੇ ਤਾਂ ਆਪਦਾ ਪੱਖਪਾਤ ਪੇਸ਼ ਹੀ ਨਹੀਂ ਕੀਤਾ, ਉਹ 3 ਦਿਨ ਆਈ ਨਹੀਂ ਤੇ ਅਕਾਲੀ ਦਲ ਵੀ ਉੱਥੇ ਮੂਕ ਦਰਸ਼ਕ ਬਣ ਕੇ ਬੈਠਾ ਵੇਖਦਾ ਰਿਹਾ ਕਿਉਂਕਿ ਹਜੇ ਤੱਕ ਅਕਾਲੀ ਦਲ ਕਿਸੇ ਪ੍ਰਕਾਰ ਦਾ ਕੋਈ ਫੈਸਲਾ ਲੈ ਨਹੀਂ ਸਕਿਆ ਕਿ ਅਸੀਂ ਬੀਜੇਪੀ ਨਾਲ ਜਾਣਾ ਹੈ ਕਿ ਬੀਜੇਪੀ ਦੇ ਖਿਲਾਫ ਜਾਣਾ ਹੈ। ਦੋ ਚਿੱਤੀ ਜਦੋਂ ਦੋ ਬੇੜੀਆਂ ਦਾ ਸਵਾਰ ਹੋਵੇ ਵਿਅਕਤੀ ਉਦੋਂ ਡੁੱਬ ਜਾਇਆ ਕਰਦਾ ਹੈ। ਸੋ ਦੂਜੀਆਂ ਦੋਵੇਂ ਪਾਰਟੀਆਂ ਦੀ ਜੋ ਕਾਰਵਾਈ ਸੀ ਉਹ ਤੁਸੀਂ ਦੇਖਦੇ ਰਹੇ ਹੋਵੋਗੇ, ਪਰ ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਮੁੱਦਿਆਂ ਦੀ ਅਸੀਂ ਲੜਾਈ ਲੜੀਏ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਇਹ ਜਾਣਕਾਰੀ ਮੈਂ ਚਾਹੁੰਦਾ ਸੀ ਕਿ ਤੁਹਾਡੇ ਰਾਹੀਂ ਮੈਂ ਆਪਦੇ ਫੇਸਬੁੱਕ ਦੇ ਰਾਹੀਂ ਤੁਹਾਨੂੰ ਇਹ ਜਾਣਕਾਰੀ ਦੇਵਾਂ।